गुण भरे एक गुण नाही, अमृत छाड़ बिख बिख खाई। माया मोह परम पै भूले, सुत दारा स्यों एक उत्तम पंथ सुन्यो गुर संगत, तेह मिलंत जम एक अरदास पाठ कीरत की। गुर रामदास सुकहो टल गुर सेविय, अहनस सहज दर्शन परसै गुरु का। जन्म मरण दुख जाय, होवै सिफत खसंबंधी, नूर अरसों कुरसों चटिया। तुद डिठे सच्चे पातशाह, मल जन्म जन्म दी कटिया। सज्जन सच्चा पातशाह, सिर साहांद शाहो। जिस पास बैठया सोहिया, सबना दा वेसाहो। सतनाम वाहिगुरु साहिब जीओ। महला पंजवा। गोबिंद गोबिंद गोबिंद, संग नाम देओ मन लीना। आड दाम को छिपरो, होयो लखीणा। गोबिंद गोबिंद गोबिंद, संग नाम देओ मन लीना। आड दाम को छिपरो, होयो लाखीणा। रहाओ बुनना तनना त्याग कै, प्रीत चरण कबीरा। नीच कुला जुलाहरा, भयो गुणी गहीरा। रवदार टुवंता टोर नीत, तिन त्यागी माया। प्रगट होआ साध संग, हर दर्शन पाया। सैन नाई बुतकारिया, ओह घर घर सुनिया। हिरदय वसया पार ब्रह्म, भगतां मैं गणया। ए विद सुन कै जाटरो, उठ भगती लागा। मिले प्रतख गोसाइया, तन्ना वड भागा। ए विद सुन कै जाटरो, उठ भगती लागा। मिले प्रतख गोसाइया, तन्ना वड भागा। वाहिगुरु जी का खालसा, वाहिगुरु जी की फतेह। परम सत्कार योग सन्मान योग गुरु की साजी और नवाजी हुई गुरु का खास रूप सतगुरां दे परम प्यार च परोती हुई गुरु रंग च रंगी हुई गुरु खालसा साध संगत जीओ वडभागी हो।
ਅੰਮ੍ਰਿਤ ਵੇਲੇ ਤੋਂ ਦੀਨਾ ਬੰਧੂ ਭਗਤ ਵਛਲ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਨੌਵੇਂ ਗੁਰਦੇਵ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਦੇ ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਆ। ਸਾਹਿਬ ਨੌਵੇਂ ਪਾਤਸ਼ਾਹ ਦੇ ਪਵਿੱਤਰ ਸਥਾਨ ਨੂੰ ਸਪਰਸ਼ ਕਰ ਰਹੇ। ਸਤਿਗੁਰਾਂ ਦੇ ਦਰਬਾਰ ਵਿੱਚ ਆਉਣ ਵਾਲੇ ਗੁਰਸਿੱਖ ਜਦੋਂ ਮਹਾਰਾਜ ਜੀ ਦੀ ਹਜ਼ੂਰੀ 'ਚ ਪੁੱਜਦੇ ਹਨ, ਇਹ ਭਾਵਨਾ ਰੱਖਦੇ ਨੇ ਕਿ ਅਸੀਂ ਨੌਵੇਂ ਪਾਤਸ਼ਾਹ ਜੀ ਦੇ ਚਰਨ ਪਰਸ ਰਹੇ ਹਾਂ, ਕਿਉਂਕਿ ਇਸ ਪਵਿੱਤਰ ਸਥਾਨ ਤੇ ਗੁਰਦੇਵ ਨੌਵੇਂ ਪਾਤਸ਼ਾਹ ਨੇ ਆਪਣੇ ਚਰਨ ਪਾਏ ਹਨ ਤੇ ਚਰਨ ਪਾ ਕੇ ਕਿਤੇ ਚਲੇ ਨਹੀਂ ਗਏ। ਸदैवी ਤੌਰ ਤੇ ਗੁਰਦੇਵ ਦੇ ਚਰਨ ਇੱਥੇ ਗੁਰਸਿੱਖਾਂ ਲਈ ਪੂਜਨੀਕ ਹੋ ਕੇ ਬਿਰਾਜਮਾਨ ਹੋ ਗਏ ਹਨ। ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਸ਼੍ਰੀ ਮੁਖਵਾਕ, ਹੁਕਮਨਾਮਾ, ਮਹਾਵਾਕ, ਆਵਾਜ਼ਾ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਆਓ ਮਨ ਵਰਤੀਆਂ ਇਕਾਗਰ ਕਰੀਏ। ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਸੁਰਤੀਆਂ ਬਿਰਤੀਆਂ ਜੋੜੀਏ। ਸ਼ਬਦ ਪੰਚਮ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਪਰ ਅਖੀਰ 'ਚ ਛਾਪ ਭਗਤ ਧੰਨਾ ਜੀ ਦੀ ਲਾਈ ਹੈ। ਜਿਵੇਂ ਸਿਰੇ ਪਾਓ ਦੇਈਦਾ ਹੈ, ਸਿਰੇ ਪਾਓ ਜਿਸ ਨੂੰ ਦੇ ਦਿਓ ਫਿਰ ਉਹਦਾ ਹੋ ਜਾਂਦਾ ਹੈ। ਪੰਚਮ ਗੁਰਦੇਵ ਨੇ ਇਹ ਸਿਰੇ ਪਾਓ ਹੈ, ਜੋ ਸਿਰੇ ਪਾਓ ਆਪ ਸ਼ਬਦ ਉਚਾਰਨ ਕਰਕੇ ਭਗਤ ਧੰਨਾ ਜੀ ਨੂੰ ਦੇ ਦਿੱਤਾ ਹੈ। ਇਹ ਪ੍ਰਤੀਕ ਹੈ, ਸੰਕੇਤ ਹੈ ਕਿ ਸਤਿਗੁਰੂ ਜੀ ਨੇ ਭਗਤਾਂ ਦੀ ਬਾਣੀ ਨੂੰ ਔਰ ਆਪਣੀ ਬਾਣੀ ਨੂੰ ਇੱਕ ਮਿਕ ਕਰ ਦਿੱਤਾ ਹੈ ਕਿ ਕੱਲ ਨੂੰ ਕੋਈ ਭੇਦਵਾਦ ਦੀ ਦ੍ਰਿਸ਼ਟੀ ਰੱਖ ਕੇ ਨਾ ਆਖੇ ਕਿ ਭਗਤਾਂ ਦੀ ਬਾਣੀ ਹੈ ਪਾਸੇ ਕਰ ਦਿਓ, ਗੁਰੂ ਦੀ ਬਾਣੀ ਨੂੰ ਵੱਖਰਾ ਕਰ ਲਓ। ਭਗਤਾਂ ਦੀ ਬਾਣੀ ਔਰ ਗੁਰੂ ਕੀ ਬਾਣੀ ਦੋਵੇਂ ਇੱਕ ਰੂਪ ਹੋ ਗਏ ਨੇ। ਆਓ ਮਨ ਵਰਤੀਆਂ ਇਕਾਗਰ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਮਹਲਾ ਪੰਜਵਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰ ਰਹੇ ਨੇ, ਗੋਬਿੰਦ ਗੋਬਿੰਦ ਗੋਬਿੰਦ। ਤਿੰਨ ਵਾਰੀ ਕਿਹਾ, ਮਨ ਕਰਕੇ, ਬਚਨ ਕਰਕੇ, ਕਰਮ ਕਰਕੇ। ਅਰਦਾਸ ਵਿੱਚ ਵੀ ਆਪ ਜੀ ਨਿਤਾ ਪ੍ਰਤੀ ਤਿੰਨ ਵਾਰੀ ਕਹਿੰਦੇ ਹੋ ਨਾ, ਨਾਮ ਚੇਤਾਵੇ ਤਾਂ ਉਦੋਂ ਕਹਿੰਦੇ ਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਨ, ਬਚ, ਕਰਮ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਤਿੰਨ ਵਾਰੀ ਹੁਕਮ ਹੋਇਆ। ਮਨ ਕਰਕੇ ਵੀ ਸਿਮਰੋ, ਬਚਨ ਕਰਕੇ ਵੀ ਸਿਮਰੋ, ਕਰਮ ਕਰਕੇ ਵੀ ਸਿਮਰੋ। ਇੱਥੇ ਵੀ ਤਿੰਨ ਵਾਰੀ ਮਹਾਰਾਜ ਜੀ ਨੇ ਸ਼ਬਦ ਵਰਤਿਆ, ਗੋਬਿੰਦ 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 ਸੰਗ। ਗੋਬਿੰਦ
ਜਿਸ ਦੇ ਬਿੰਦ ਤੋਂ ਇਹ ਸਾਰੀ ਗੋ ਧਰਤੀ ਪੈਦਾ ਹੋਈ, ਉਹਨੂੰ ਕਹਿੰਦੇ ਨੇ ਗੋਬਿੰਦ। ਜਿਸ ਦੇ ਬਿੰਦ ਤੋਂ ਇਹ ਗੋ ਨਾਮ ਹੁੰਦਾ ਧਰਤੀ ਦਾ, ਇਹ ਸਾਰੀ ਧਰਤੀ, ਇਹ ਸਾਰਾ ਸੰਸਾਰ, ਇਹ ਸਾਰਾ ਵਿਸ਼ਵ ਪੈਦਾ ਹੋਇਆ, ਉਹਨੂੰ ਆਖਦੇ ਨੇ ਗੋਬਿੰਦ। ਫਿਰ ਗੋ ਨਾਮ ਬਾਣੀ ਦਾ ਹੈ, ਬਿੰਦ ਨਾਮ ਚੇਤਨਾ ਦਾ ਹੈ। ਜਿਹੜਾ ਸਾਡੀ ਬਾਣੀ ਨੂੰ ਚੇਤਨਤਾ ਪ੍ਰਦਾਨ ਕਰਨੇ ਵਾਲਾ, ਉਹਨੂੰ ਵੀ ਕਹਿੰਦੇ ਨੇ ਗੋਬਿੰਦ। ਗੋ ਨਾਮ ਧਰਤੀ ਦਾ, ਬਿੰਦ ਨਾਮ ਪਾਲਣੇ ਵਾਲੇ ਦਾ ਹੈ। ਜਿਹੜਾ ਇਸ ਸਾਰੀ ਧਰਤੀ ਦੇ ਜੀਆਂ ਜਨਤਾ ਨੂੰ ਪਾਲਣ ਵਾਲਾ ਪਾਲਣਹਾਰ ਹੈ, ਉਹਨੂੰ ਵੀ ਕਹਿੰਦੇ ਨੇ ਗੋਬਿੰਦ। ਗੋ ਨਾਮ ਇੰਦਰੀਆਂ ਦਾ ਵੀ ਹੈ। ਆ ਸਾਡੀਆਂ ਜਿਹੜੀਆਂ ਇੰਦਰੀਆਂ ਨੇ, ਗਿਆਨ ਇੰਦਰੀਆਂ ਨੇ, ਕਰਮ ਇੰਦਰੀਆਂ ਨੇ, ਅੱਖਾਂ ਹੈ, ਨਾਸਕਾ ਹੈ, ਕੰਨ ਨੇ, ਰਸਨਾ ਹੈ, ਚਮੜੀ ਹੈ, ਹੱਥ ਪੈਰ ਨੇ, ਗੁਦਾ ਉਪਸਥ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਨੇ। ਇਹਨਾਂ ਗਿਆਨ ਇੰਦਰੀਆਂ ਔਰ ਕਰਮ ਇੰਦਰੀਆਂ ਨੂੰ ਜੋ ਚੇਤਨਤਾ ਪ੍ਰਦਾਨ ਕਰ ਰਿਹਾ ਹੈ, ਕਿਉਂਕਿ ਜੜ ਅੱਖਾਂ ਤਾਂ ਨਹੀਂ ਵੇਖ ਸਕਦੀਆਂ, ਜੜ ਕੰਨ ਸੁਣ ਨਹੀਂ ਸਕਦੇ। ਇਹਨਾਂ ਵਿੱਚ ਜਿਹੜੀ ਚੇਤਨਤਾ ਹੈ, ਜੋ ਇਹਨਾਂ ਇੰਦਰੀਆਂ ਨੂੰ ਚੇਤਨਤਾ ਦੇਣੇ ਵਾਲਾ ਹੈ, ਉਹਨੂੰ ਕਹਿੰਦੇ ਨੇ ਗੋਬਿੰਦ। ਜੋ ਸਾਰੀਆਂ ਇੰਦਰੀਆਂ ਨੂੰ ਚੇਤਨ ਕਰਨ ਵਾਲਾ, ਚੇਤਨਤਾ ਦੇਣ ਵਾਲਾ ਹੈ, ਜਿਸ ਦੇ ਚਿਦਾਭਾਸ ਕਰਕੇ ਇੰਦਰੀਆਂ ਕੰਮ ਕਰ ਰਹੀਆਂ ਨੇ, ਉਹਨੂੰ ਕਹਿੰਦੇ ਨੇ ਗੋਬਿੰਦ। ਸੋ ਐਸਾ ਗੋਬਿੰਦ, ਉਹਦੇ ਨਾਲ ਸੰਗ ਨਾਮ ਦਿਓ ਮਨ ਲੀਣਾ। ਭਗਤ ਨਾਮਦੇਵ ਜੀ ਮਹਾਰਾਜ ਦਾਮ ਸੇਠ ਦੇ ਪੁੱਤਰ ਨੇ, ਮਾਤਾ ਗੋਣਾ ਬਾਈ ਦੇ ਸਾਹਿਬਜ਼ਾਦੇ ਨੇ। ਦਾਮ ਸੇਠੀ ਭਗਤ ਨਾਮਦੇਵ ਜੀ ਦੇ ਪਿਤਾ ਦਾ ਨਾਮ ਸੀ, ਗੌਣਾ ਬਾਈ ਉਹਨਾਂ ਦੀ ਮਾਤਾ ਦਾ ਨਾਮ ਹੈ। ਉਹਨਾਂ ਦੇ ਗ੍ਰਹਿ ਵਿਖੇ ਉਤਪੰਨ ਹੋਏ ਭਗਤ ਨਾਮਦੇਵ ਜੀ, ਨਰਸੀ ਨਾਮਦੇਵ, ਜਿਹਨੂੰ ਕਿਸੇ ਸਮੇਂ ਨਰਸੀ ਬਾਹਮਣੀ ਕਹਿੰਦੇ ਸਨ। ਨਾਮਦੇਵ ਜੀ ਉੱਥੇ ਅਵਤਰਤ ਹੋਏ, ਉਸ ਨਗਰ ਦਾ ਨਾਮ ਨਰਸੀ ਬਾਹਮਣੀ ਤੋਂ ਬਦਲ ਕੇ ਨਰਸੀ ਨਾਮਦੇਵ ਹੋ ਗਿਆ। ਮਹਾਰਾਸ਼ਟਰ ਦੇ ਮਹਾਨ ਭਗਤ ਪ੍ਰਸਿੱਧ ਹੋਏ। ਸਵਾਮੀ ਗਿਆਨਦੇਵ ਜੀ ਮਹਾਰਾਜ, ਜਿਨ੍ਹਾਂ ਦੀ ਸ਼ਰਨ 'ਚ ਰਹਿ ਕੇ ਭਗਤ ਨਾਮਦੇਵ ਜੀ ਨੇ ਆਤਮ ਗਿਆਨ ਦੀ ਦੀਕਸ਼ਾ ਗ੍ਰਹਿਣ ਕੀਤੀ। ਗਿਆਨਦੇਵ ਜੀ ਐਸੀ ਮਹਾਨ ਉੱਚ ਕੋਟੀ ਦੀ ਅਵਸਥਾ ਦੇ ਮਾਲਕ ਸਨ ਕਿ ਵਾਲ ਰੂਪ ਦੇ ਵਿੱਚ ਹੀ ਗਿਆਨੇਸ਼ਵਰੀ ਨਾਮਕ ਇੱਕ ਗ੍ਰੰਥ ਦੀ ਰਚਨਾ ਕੀਤੀ। ਗਿਆਨੇਸ਼ਵਰੀ, ਜਿਹਦੇ 'ਚ ਪਰਮ ਗਿਆਨ ਦਾ ਉਹਨਾਂ ਨੇ, ਸ੍ਰੇਸ਼ਟ ਗਿਆਨ ਦਾ ਬੜੇ ਸਰਲ ਸ਼ਬਦਾਂ ਵਿੱਚ ਬਿਆਨ ਕੀਤਾ। ਤੋ ਨਾਮਦੇਵ ਜੀ ਮਹਾਰਾਜ ਜੀ ਨੂੰ ਰੰਗ ਲੱਗ ਗਿਆ। ਨਾਨੇ ਦੀ ਸੰਗਤ ਕਰਦਿਆਂ ਪਰਿਵਾਰ ਦੇ ਵਿੱਚ ਕੁਝ ਧਾਰਮਿਕ ਮਾਹੌਲ ਸੀ। ਸਾਹਮਣਾ ਵੀ ਕਰਨਾ ਪਿਆ ਉਹਨਾਂ ਲੋਕਾਂ ਦਾ, ਜਿਨ੍ਹਾਂ ਆਖਿਆ ਤੂੰ ਸ਼ੂਦਰ ਹੈ, ਸਾਡੇ ਨਾਲ ਬਰਾਬਰ ਮੰਦਿਰ 'ਚ ਨਹੀਂ ਬਹਿ ਸਕਦਾ। ਸਾਡੇ ਬਰਾਬਰ ਨਹੀਂ ਬੈਠ ਸਕਦਾ। ਜੇ ਗਏ ਵੀ ਕਿਤੇ ਔਂਡੇ ਦੇ ਵਿੱਚ, ਤਾਂ ਉੱਥੋਂ ਦੇ ਬ੍ਰਾਹਮਣਾਂ ਨੇ ਬਾਂਹ ਫੜ ਕੇ ਧੱਕਾ ਮਾਰ ਕੇ ਬਾਹਰ ਕੱਢ ਦਿੱਤਾ। ਚੱਲ ਬਾਹਰ, ਤੂੰ ਸ਼ੂਦਰ ਹੈ, ਸਾਡੇ ਨਾਲ ਨਹੀਂ ਬਹਿਣਾ। ਤੁਮਾਰਾ ਭਗਤ ਨਾਮਦੇਵ ਜੀ ਨੂੰ ਅੱਜ ਬੜੀ ਅਫਸੋਸ ਦੀ ਬਿਰਤੀ ਦੇ ਵਿੱਚ, ਨਾਮੋਸ਼ੀ ਦੇ ਨਾਲ ਉਹ ਕਹਿਣ ਲੱਗੇ, ਮਹਾਰਾਜ ਅੱਜ ਤੋਂ ਪਹਿਲਾਂ ਕਦੇ ਮੈਂ ਛੀਂਬੇ ਹੋਣ ਦਾ ਮਨ 'ਚ ਦੁੱਖ ਨਹੀਂ ਸੀ ਮਨਾਇਆ, ਪਰ ਅੱਜ ਮੈਂ ਸੋਚਦਾ ਵੀ ਕਿਉਂ ਆਇਆ ਮੈਂ ਛੀਂਬਿਆਂ ਦੇ ਘਰ, ਜੇ ਤੇਰੀ ਭਗਤੀ ਨਹੀਂ ਸੀ ਕਰ ਸਕਦਾ ਤੇਰੇ ਮੰਦਿਰ 'ਚ ਬਹਿ ਕੇ। ਪਰ ਪਰਮੇਸ਼ਰ ਨੇ ਆਪਣੇ ਭਗਤ ਨੂੰ ਨਾਮੋਸ਼ ਨਹੀਂ ਸੀ ਹੋਣ ਦੇਣਾ। ਉਹ ਮੰਦਿਰ ਹੀ ਫੇਰ ਦਿੰਦੇ ਆ। ਫੇਰ ਦਿਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ। ਤੋ ਨਾਮਦੇਵ ਜੀ ਮਹਾਰਾਜ, ਜਿਨ੍ਹਾਂ ਨੇ ਪਰਮੇਸ਼ਰ ਨੂੰ ਕਈ ਵਾਰ ਸਾਖਸ਼ਾਤਕਾਰ ਕਰਕੇ ਦਰਸ਼ਨ ਕੀਤੇ, ਐਸੇ ਭਗਤ ਨਾਮਦੇਵ ਜੀ
ਜਿਨ੍ਹਾਂ ਦੀ ਪਾਵਨ ਬਾਣੀ ਨੂੰ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ। ਕਬੀਰ ਜੀ ਤੋਂ ਬਾਅਦ ਦੂਸਰਾ ਸਥਾਨ ਮਹਾਰਾਜ ਭਗਤ ਨਾਮਦੇਵ ਜੀ ਦਾ ਹੈ। ਤਕਰੀਬਨ 64 ਸ਼ਬਦ ਮਹਾਰਾਜ ਭਗਤ ਨਾਮਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਤੇ ਬੜੇ ਪਿਆਰੇ ਪਿਆਰੇ ਬਚਨ ਭਗਤ ਨਾਮਦੇਵ ਜੀ ਉਚਾਰਨ ਕਰਦੇ। ਪਹਿਲ ਪੁਰੀਏ ਪੁੰਡਰਕ ਬਨਾ ਤਾਚੇ ਹੰਸਾ ਸਗਲੇ ਜਨਾ ਨਈਆ ਤੇ ਬੈਰੇ ਕੰਨਾ ਤਰਕ ਨਾ ਚਾ ਭਰਮੀਆਂ ਚਾ ਕੇਸਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ ਹੱਲੇ ਯਾਰਾਂ ਖੁਸ਼ ਖਬਰੀ। कैसे प्यारे प्यारे मिठे मिठे बोल। पाड़ पड़ोसन पूछी ले नामा का पहचान छुबाई हो तो पै दुगनी मजूरी दहो मुको बेढ़ी देहो बताई हो। बेढ़ी प्रीत मजूरी मांगे जे को छान छबावे हो। बड़े बड़े प्यारे अमृत बचन भगत नामदेव जी महाराज। मैं अंदोले की टेक तेरा नाम खुंदकार। निरंकार दे रंग दे विच रंगे हुए नाम दिओ मन लीना। भगत नामदेव जी दा मन लीन हो गया। पार ब्रह्म परमेश्वर दे नाम विच गोविंद दे नाम विच ਉਹਨਾਂ ਦਾ ਮਨ ਲੀਨ ਹੋ ਗਿਆ ਤੇ ਜਪਦੇ ਸਨ ਵਿਠਲ 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 ਪਾਂਡੂਰੰਗਾਏ ਵਿਠਲ। ਇਹ ਜਾਪ ਭਗਤ ਨਾਮਦੇਵ ਜੀ ਜਪਦੇ ਸੀ ਵਿਠਲ ਵਿਠਲ। ਜੋ ਸਾਰਿਆਂ ਵਿੱਚ ਵਿਰਾਜਮਾਨ ਹੈ ਉਹਨੂੰ ਕਹਿੰਦੇ ਨੇ ਵਿਠਲ। ਪਰਮੇਸ਼ਰ ਦਾ ਭਜਨ ਕਰਦੇ ਤੋ ਨਾਮਦੇਵ ਜੀ ਦਾ ਮਨ पंजवें पातशाह कहते लीन हो गया परमेश्वर दे नाम विच। हाँ जी। आड दाम को छीपरो होयो लाखीना। अद्धी दमड़ी दा मुल नहीं सी जिस छींबे दा। लोग कहते सी छींबा चल उठ इथों। जान बुझ के उठा देंदे। एक दिन रात का समा ब्राह्मणा ने ईरखा नाल आख्या नामदेव ओ जंगल विच खूह है उथों पानी भर के लिया खैड़ा छुड़ाने वास्ते। नामदेव महाराज जी लैके गए घड़ा। पंडितां नूं इह सी भी उस खूह दे विच बड़ा भयानक देव रहिंदा, जाएगा डर जाएगा मर जाएगा, इहदे तों खैड़ा छुटेगा। महाराज भगत नामदेव जी जदों पहुंचे खूह तो पानी भरन लगे तो देव ने दर्शन दिते। डरे नहीं सगों उस देव नूं वेख के कहंदे आओ कलंदर केसवा कर अबदाली भेसवा। आहा अज कलंदरां वाला भेस बनायो, अबदाली भयानक रूप बना के आ गए हो। महाराज कमाल कर दिती है। आओ कलंदर केसवा कर अबदाली भेसवा। जिन्हों अद्धी दमड़ी दा मुल नहीं सन जिस छींबे दा जान दे तो छींबा कह के अपने कोलों उठा देंदे। कहते परमेश्वर दे नाम दे प्रताप सदका ओही नाम दिओ जिहदा अद्धी दमड़ी मुल नहीं सी वो लखां दा हो गया। होयो लाखीना लखां दा हो गया। ओही ब्राह्मण जेड़े कहंदे सन छींबा नीवें वर्ण दा इकट्ठे होके ओही भगत नामदेव जी दे चरनां ते आके प्रणाम कर रहे ने, नमस्कार कर रहे ने, वंदना कर रहे ने। ये नाम दा प्रताप है। निरंकार दे नाम दी महिमा है। नाम वड्डा कर दिंदा। वड्डे दा नाम है ना, वड्डे दा नाम लईए तो वड्डियां कर दिंदा। नाम दी महिमा ही ये है। नाम जपण वाले भी वड्डे हो जाते हैं। सो जिन राम लिव
ਲਾਈ ਜਿਹੜਾ ਰਾਮ ਦੇ ਨਾਮ ਨਾਲ ਲਿਵ ਲਾ ਲੈਂਦਾ ਉਹ ਵੀ ਵੱਡਾ ਹੋ ਜਾਂਦਾ। ਤੋ ਅੱਧੀ ਦਮੜੀ ਦਾ ਛੀਂਬਾ ਹੋਇਓ ਲਖੀਣਾ। ਭਗਤ ਨਾਮਦੇਵ ਜੀ ਮਹਾਰਾਜ ਲੱਖਾਂ ਦੇ ਹੋ ਗਏ। ਰਹਾਉ ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਕਬੀਰ ਜੀ ਮਹਾਰਾਜ ਜਿਨ੍ਹਾਂ ਨੂੰ ਲੋਕ ਜੁਲਾਹਾ ਜੁਲਾਹਾ ਕਹਿ ਕੇ ਛਚਕੇਰਦੇ ਸੀ, ਉਹਨਾਂ ਦੇ ਮਨ 'ਚ ਪਰਮੇਸ਼ਰ ਦੀ ਭਗਤੀ ਦਾ ਰੰਗ ਲੱਗਾ। ਬੁਨਨ ਤਨਨ ਦੀ ਕਿਰਿਆ ਛੱਡ ਕੇ ਜੁਲਾਹੇ ਸੀ, ਖੱਡੀ ਦੇ ਉੱਤੇ ਧਾਗੇ ਦੇ ਨਾਲ ਖੇਸ ਬੁਣਨੇ, ਇਹ ਉਹਨਾਂ ਦੀ ਕਿਰਤ ਸੀ, ਕਰਮ ਸੀ। ਤੋ ਬੁਨਨਾ ਤਨਨਾ ਤਜ ਕੇ ਕਬੀਰ ਜੀ ਕਹਿੰਦੇ ਹਰੀ ਦਾ ਨਾਮ ਮੈਂ ਆਪਣੇ ਸਰੀਰ ਤੇ ਲਿਖ ਲਿਆ। ਕਬੀਰ ਜੀ ਦੀ ਮਾਤਾ ਕਬੀਰ ਜੀ ਨਾਲ ਲੜਦੀ, ਉਹਦਾ ਵੀ ਜ਼ਿਕਰ ਆਇਆ। ਆਖਿਆ ਕਬੀਰ ਤੂੰ ਆਪਣੇ ਪੁਰਖਿਆਂ ਦੀ ਰੀਤ ਛੱਡ ਦਿੱਤੀ ਹੈ, ਬੁਨਨਾ ਤਨਨਾ ਛੱਡ ਦਿੱਤਾ। ਤੂੰ ਬੁਨਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਤਿਆਗਿਆ ਨਹੀਂ, ਸੁਤੇ ਸਿੱਧ ਛੁੱਟ ਗਿਆ। ਆਖੋ ਸਤਨਾਮ। ਇੱਕ ਹੁੰਦਾ ਤਿਆਗਣਾ, ਜਦੋਂ ਤੁਸੀਂ ਕੋਈ ਤਿਆਗ ਕਰਦੇ ਹੋ ਤੇ ਮਨ 'ਚ ਉਸਦੇ ਤਿਆਗੇ ਹੋਏ ਦਾ ਮਾਣ ਆ ਜਾਂਦਾ। ਕੋਈ ਵੀ ਚੀਜ਼ ਤੁਸੀਂ ਤਿਆਗੋਗੇ, ਮੰਨ ਲਓ ਮੈਂ ਚਾਹ ਪੀਣੀ ਛੱਡ ਦਿਆਂ, ਤਿਆਗ ਦਿਆਂ, ਤਾਂ ਉਹਦੇ ਤਿਆਗੇ ਹੋਏ ਦਾ ਵੀ ਮਾਣ ਆ ਜਾਏਗਾ। 12 ਸਾਲ ਤੋਂ ਮੈਂ ਚਾਹ ਨੂੰ ਮੂੰਹ ਨਹੀਂ ਲਾਇਆ, ਮਾਣ ਆ ਜਾਏਗਾ। ਜਦੋਂ ਤੁਸੀਂ ਕੋਈ ਵਸਤੂ ਖੁਦ ਤਿਆਗਦੇ ਹੋ ਉਹਦਾ ਮਾਣ ਆਏਗਾ। ਪਰ ਜਦੋਂ ਕੁਝ ਸੁਤੇ ਸਿੱਧ ਹੀ ਤਿਆਗਿਆ ਜਾਏ, ਤੁਰੇ ਜਾ ਰਹੇ ਹਾਂ, ਰਸਤੇ 'ਚ ਕੋਈ ਵਸਤੂ ਪਈ ਹੈ, ਸੁਤੇ ਸਿੱਧ ਛੁੱਟ ਗਈ ਹੈ ਸਾਡੇ ਕੋਲੋਂ, ਅਸੀਂ ਵੇਖੀ ਵੀ ਨਹੀਂ, ਗੁਜ਼ਰ ਗਏ ਆ ਕੋਲੋਂ, ਉਹ ਤਿਆਗੀ ਵੀ ਗਈ, ਪਰ ਉਸਦੇ ਤਿਆਗੇ ਹੋਏ ਦਾ ਮਾਣ ਵੀ ਨਹੀਂ ਆਉਣਾ। ਜੋ ਸੁਭਾਵਕ ਤਿਆਗਿਆ ਜਾਏ, ਉਸ ਤਿਆਗ ਨੂੰ ਗੁਰਮਤਿ ਦੇ ਵਿੱਚ ਸਾਹਿਬ ਨੇ ਪ੍ਰਵਾਨ ਕੀਤਾ। ਜੋ ਸੁਤੇ ਸਿੱਧ ਤਿਆਗਿਆ ਜਾਏ, ਸੁਭਾਵਕ ਝੂਠ ਬੋਲਣਾ ਸੁਤੇ ਸਿੱਧ ਤਿਆਗਿਆ ਜਾਏ, ਨਿੰਦਾ ਕਰਨੀ ਸੁਤੇ ਸਿੱਧ ਤਿਆਗੀ ਜਾਏ। ਕਿਉਂ ਨਿੰਦਾ ਕਰਨੀ ਹੈ? ਕਿਉਂ ਝੂਠ ਬੋਲਣਾ? ਕਿਉਂ ਬੁਰਾ ਚਿਤ ਬਣਾ? ਕਬੀਰ ਜੀ ਮਹਾਰਾਜ ਜੀ ਨੇ ਬੁਨਨਾ ਤਨਨਾ ਤਜਿਆ ਨਹੀਂ ਸੀ, ਸੁੱਤੇ ਸਿੱਧ ਤਜਿਆ ਗਿਆ, ਕਿਉਂਕਿ ਪਰਮੇਸ਼ਰ ਦੇ ਚਰਨਾਂ ਨਾਲ ਐਸੀ ਪ੍ਰੀਤ ਪਈ, ਉਸ ਪਾਸੇ ਧਿਆਨ ਹੀ ਨਹੀਂ ਰਿਹਾ ਕਿ ਮੈਂ ਇਹ ਬੁਨਨ ਤਨਨ ਦਾ ਕੰਮ ਵੀ ਕਰਨਾ। ਉਸ ਪਾਸੇ ਸਿਮਰਤੀ ਨਹੀਂ ਰਹੀ, ਧਿਆਨ ਹੀ ਨਹੀਂ ਰਿਹਾ। ਤੋ ਬੁਨਨਾ ਤਨਨਾ ਤਿਆਗ ਕੈ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਕਬੀਰ ਜੀ ਦੇ ਮਨ ਵਿੱਚ ਪ੍ਰਮਾਤਮਾ ਦੇ ਚਰਨਾਂ ਦੀ ਪ੍ਰੀਤ ਬਣ ਗਈ। ਹਾਂਜੀ। ਨੀਚ ਕੁੱਲਾ ਜੁਲਾਹਰਾ ਭਇਓ ਗੁਨੀਏ ਗਹੀਰਾ। ਜਿਸ ਨੂੰ ਨੀਚ ਕੁੱਲਾਂ ਵਾਲਾ ਜੁਲਾਇਆ ਕਿਹਾ ਜਾਂਦਾ ਸੀ ਕਿ ਨੀਚ ਕੁੱਲ ਵਾਲਾ ਜੁਲਾਹਾ, ਭਇਓ ਗੁਣੀ ਗਹੀਰਾ, ਉਹ ਗੁਣੀ ਗਹੀਰ ਹੋ ਗਏ, ਮਹਾਨ ਭਗਤ ਹੋ ਨਿਬੜੇ। ਵੱਡੇ ਵੱਡੇ ਉੱਚੀਆਂ ਕੁਲਾਂ ਵਾਲੇ ਵੀ ਆ ਕੇ ਤਿਨਾਂ ਨੂੰ ਪ੍ਰਣਾਮ ਕਰਦੇ, ਨਮਸਕਾਰ ਕਰਦੇ। ਕਬੀਰ ਜੀ ਮਹਾਰਾਜ ਵਾਕਈ ਕਬੀਰ ਹੋ ਗਏ। ਕਬੀਰ ਦਾ ਮਤਲਬ ਹੁੰਦਾ ਵੱਡਾ, ਕਬੀਰ ਦਾ ਅਖਰੀ ਅਰਥ ਹੁੰਦਾ ਵੱਡਾ। ਹਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਗਾਰ। ਕਬੀਰ ਕਹਿੰਦੇ ਨੇ ਵੱਡੇ ਨੂੰ। ਕਬੀਰ ਜੀ ਵਾਕਈ ਕਬੀਰ ਹੋ ਗਏ, ਕੱਲਾ ਨਾਮ ਹੀ ਨਹੀਂ ਸੀ ਕਬੀਰ ਉਹਨਾਂ ਦਾ, ਕਬੀਰ ਹੋ ਗਏ, ਵਾਕਈ ਵੱਡੇ ਹੋ ਗਏ। ਵੱਡੇ ਹੋਏ ਪ੍ਰਭੂ ਦੇ ਨਾਮ ਕਰਕੇ, ਨਿਰੰਕਾਰ ਦੇ ਨਾਮ ਕਰਕੇ। ਕਲਗੀਧਰ ਜੀ ਇੱਕ ਦਿਨ ਦਮਦਮਾ ਸਾਹਿਬ ਗੁਰੂ ਕਾਸ਼ੀ ਵਿਖੇ ਬੈਠੇ ਨੇ। ਸਿੰਘ ਬੈਠੇ ਪੁੱਛਦੇ ਨੇ, ਸਿੰਘੋ ਇਹ ਦੱਸੋ ਕਿ ਕਬੀਰ ਜੀ ਦੇ ਸਮੇਂ ਹਿੰਦੁਸਤਾਨ ਦਾ ਰਾਜਾ ਕੌਣ ਸੀ? ਕੁਝ ਵਿਦਵਾਨ ਵੀ ਬੈਠੇ ਸੀ।
ਕਿਸੇ ਆਖਿਆ ਜੀ ਬੈਰਮ ਖਾਂ ਸੀ, ਕਿਸੇ ਆਖਿਆ ਸਿਕੰਦਰ ਲੋਧੀ ਸੀ, ਇਬਰਾਹੀਮ ਲੋਧੀ ਸੀ। ਸਭ ਨੇ ਵੱਖੋ ਵੱਖਰੇ ਨਾਂ ਦੱਸੇ। ਮਹਾਰਾਜ ਜੀ ਕਹਿੰਦੇ ਬਹੁਤ ਲੰਮਾ ਅਰਸਾ ਨਹੀਂ ਹੋਇਆ ਉਸ ਰਾਜੇ ਨੂੰ ਮਰਿਆ। ਪਰ ਇਹ ਦੱਸੋ ਤੁਸੀਂ ਕਬੀਰ ਜੀ ਬਾਰੇ ਕੀ ਜਾਣਦੇ ਹੋ? ਕਹਿੰਦੇ ਕਬੀਰ ਜੀ ਮਹਾਂਪੁਰਸ਼ ਸੀ, ਭਗਤ ਸੀ। ਕਬੀਰ ਦੇ ਸਮੇਂ ਜਿਸ ਬਾਦਸ਼ਾਹ ਦਾ ਪੂਰੇ ਹਿੰਦੁਸਤਾਨ 'ਚ ਸਿੱਕਾ ਚੱਲਦਾ ਸੀ, ਔਰ ਉਹ ਜਿਹੜਾ ਸੁਪਨਾ ਵੇਖ ਲੈਂਦਾ ਸੀ ਉਹ ਵੀ ਸੱਚ ਮੰਨਣਾ ਪੈਂਦਾ ਸੀ ਲੋਕਾਂ ਨੂੰ। ਉਸ ਰਾਜੇ ਦਾ ਨਾਂ ਅੱਜ ਕਿਸੇ ਨੂੰ ਨਹੀਂ ਪਤਾ। ਬਨਾਰਸ ਵਿੱਚ ਇੱਕ ਛੋਟੀ ਜਿਹੀ ਗਲੀ 'ਚ, ਬਿਲਕੁਲ ਛੋਟੀ ਜਿਹੀ ਗਲੀ ਹੈ, ਗਰੀਬ ਜਿਹਾ ਇੱਕ ਜੁਲਾਹਿਆਂ ਦਾ ਪਰਿਵਾਰ ਹੈ। ਉਸ ਘਰ ਦੇ ਵਿੱਚ ਕਬੀਰ ਜੀ ਮਹਾਰਾਜ ਜੀ ਦਾ ਜਨਮ ਹੁੰਦਾ। ਉਹਨਾਂ ਨੂੰ ਅੱਜ ਸਾਰਾ ਸੰਸਾਰ ਜਾਣਦਾ ਵੀ ਕਬੀਰ ਜੀ ਮਹਾਂਪੁਰਸ਼ ਸੀ, ਭਗਤ ਸੀ। ਕਿਉਂ ਬਈ? ਰਾਜੇ ਨੂੰ ਕਿਉਂ ਨਹੀਂ ਜਾਣਦੇ? ਜਿਹੜਾ ਬਾਦਸ਼ਾਹ ਸੀ ਉਹਨਾਂ ਦੇ ਸਮੇਂ, ਉਹਦੇ ਬਾਰੇ ਕਿਉਂ ਨਹੀਂ ਜਾਣਦੇ? ਕਿਉਂਕਿ ਉਹਦੇ ਕੋਲ ਝੂਠੀ ਸ਼ੌਹਰਤ ਸੀ। ਕਬੀਰ ਜੀ ਦੇ ਕੋਲ ਪ੍ਰਭੂ ਦਾ, ਪਰਮੇਸ਼ਰ ਦਾ ਨਾਮ ਸੀ। ਉਹ ਨਾਮ ਦੀ ਸੱਤਾ ਕਰਕੇ ਕਬੀਰ ਜੀ ਸदैवी ਤੌਰ ਤੇ ਸੱਤ ਹੋ ਗਏ ਨੇ। ਉਹ ਰਹਿੰਦੇ ਸੰਸਾਰ ਤੱਕ ਉਹ ਜਾਣੇ ਜਾਣਗੇ। ਐਸੇ ਮਹਾਂਪੁਰਸ਼ਾਂ ਦੀ ਸੋਭਾ ਜੁਗਾਂ ਜੁਗਾਂ ਤੱਕ ਸੰਸਾਰ ਦੇ ਵਿੱਚ ਉਜਾਗਰ ਹੁੰਦੀ ਹੈ। ਤੋ ਕਬੀਰ ਜੀ ਮਹਾਰਾਜ ਜੀ ਬਾਰੇ ਕਹਿੰਦੇ ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ। ਉਹ ਵੀ ਗੁਣੀ ਗਹੀਰ ਹੋ ਗਏ। ਰਵਿਦਾਸ ਟੁਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਮਹਾਰਾਜ ਭਗਤ ਰਵਿਦਾਸ ਜੀ ਜਿਨ੍ਹਾਂ ਦੇ ਪਰਿਵਾਰ ਦੇ ਜੀ ਪਸ਼ੂ ਮੁਰਦਾ ਜਾਨਵਰਾਂ ਨੂੰ ਢੋਂਦੇ, ਢੋਰ ਨਾਮ ਪਸ਼ੂਆਂ ਦਾ, ਚਮੜੇ ਦਾ ਕੰਮ ਜੋ ਕਰਦੇ ਉਹਨਾਂ ਦਾ ਚਮੜਾ ਲਾਉਂਦੇ। ਤੋ ਮਹਾਰਾਜ ਭਗਤ ਰਵਿਦਾਸ ਜੀ ਨੂੰ ਪ੍ਰਭੂ ਰੰਗ ਲੱਗਾ। ਇੱਥੇ ਕੁੱਲ ਦੀ ਗੱਲ ਨਹੀਂ ਹੈ ਵੀ ਉਹ ਕਿਹੜੀ ਕੁੱਲ 'ਚ ਜਨਮਿਆ, ਕਿਹੜੇ ਪਰਿਵਾਰ 'ਚ ਜਨਮਿਆ। ਕਿਉਂਕਿ ਕੇ ਪਟ ਭਾਂਡਾ ਕਹੈ ਨਾ ਕੋਏ। ਕਿਉਂ ਕਿਹੜੇ ਭਾਂਡੇ 'ਚ ਪਿਆ ਜਾਂ ਰੇਸ਼ਮ ਦਾ ਕੱਪੜਾ ਉਹ ਕਿਵੇਂ ਬਣਿਆ, ਲੋਕ ਇਹ ਨਹੀਂ ਵੇਖਦੇ। ਉਹ ਕਹਿੰਦੇ ਘਿਓ ਪਵਿੱਤਰ ਹੈ, ਇਹ ਰੇਸ਼ਮ ਦਾ ਬਣਿਆ ਕੱਪੜਾ ਇਹ ਵੀ ਪਵਿੱਤਰ ਹੈ। ਹਾਲਾਂਕਿ ਬਣਿਆ ਉਹ ਕੀੜਿਆਂ ਦੀ ਗੰਦਗੀ ਤੋਂ ਹੈ। ਘਿਓ ਕਿਸੇ ਭਾਂਡੇ 'ਚ, ਮਿੱਟੀ ਦੇ ਕੁੱਜੇ 'ਚ ਵੀ ਪਾਇਆ ਹੋਵੇ ਉਹਨੂੰ ਕਹਿੰਦੇ ਸ਼ੁੱਧ ਹੈ। ਇਸੇ ਤਰ੍ਹਾਂ ਮਹਾਂਪੁਰਸ਼ ਭਗਤ ਦੁਨੀਆ ਦੀ ਕਿਸੇ ਕੁੱਲ 'ਚ, ਜੇ ਹਰਨਾਕਸ਼ ਦੀ ਦਾਨਵਾਂ ਦੇ ਘਰ ਜਨਮ ਲੈਂਦੇ ਆ ਭਗਤ ਪ੍ਰਹਿਲਾਦ ਜੀ, ਤਾਂ ਉੱਥੇ ਵੀ ਉਹ ਭਗਤ ਨੇ। ਉਹ ਕਿਸੇ ਕੁੱਲ ਵਿੱਚ, ਲੋਕਾਂ ਨੇ ਆਖਿਆ ਜਿਹੜੇ ਸ਼ੂਦਰਾਂ ਦੇ ਘਰ ਜੰਮਦੇ ਭਗਤ ਹੋ ਹੀ ਨਹੀਂ ਸਕਦੇ। ਪਾਤਸ਼ਾਹ ਕਹਿੰਦੇ ਕਿਉਂ ਨਹੀਂ ਹੋ ਸਕਦੇ ਬਈ? ਜੋ ਮਾਨਵ ਹੈ ਤੇ ਹਰ ਇੱਕ ਮਾਨਵ ਮਾਤਰ ਨੂੰ, ਹਰ ਇੱਕ ਪ੍ਰਾਣੀ ਮਾਤਰ ਨੂੰ ਪ੍ਰਭੂ ਬੰਦਗੀ ਦਾ ਹੱਕ ਹੈ। ਇਹ ਉਹਦੀ ਸੁਤੰਤਰਤਾ ਹੈ। ਉਹਦੀ ਸੁਤੰਤਰਤਾ ਤੇ ਤੁਸੀਂ ਅੰਕੁਸ਼ ਥੋੜੀ ਲਾਓਗੇ। ਔਰ ਉਹ ਕਿਸੇ ਵਰਨ 'ਚ ਹੋਵੇ, ਕਿਸੇ ਜਾਤੀ 'ਚ ਹੋਵੇ, ਉਹਦੇ ਬਾਰੇ ਉਹ ਕੋਈ ਮਾਇਨੇ ਨਹੀਂ ਰੱਖਦਾ। ਉਹ ਭਗਤ ਹੈ ਬਸ। ਰਵਿਦਾਸ ਜੀ ਮਹਾਰਾਜ ਕਹਿੰਦੇ ਜਿਸ ਪਰਿਵਾਰ ਵਿੱਚ ਜਨਮੇ, ਢੋਰ ਢੋਂਦੇ, ਪਸ਼ੂਆਂ ਦਾ ਚਮੜੇ ਦਾ ਕੰਮ ਕਰਦੇ, ਤਿੰਨ ਤਿਆਗੀ ਮਾਇਆ, ਮਾਇਆ ਦੀ ਬਿਰਤੀ ਤੋਂ ਰਹਿਤ ਹੋ ਗਏ। ਮਹਾਰਾਜ ਭਗਤ ਰਵਿਦਾਸ ਜੁੱਤੀਆਂ ਉਹ ਵੀ ਗੰਢਦੇ ਸਨ। ਉਹਨਾਂ ਆਪਣਾ ਪਿਤਾ ਪੁਰਖੀ ਧੰਦਾ ਨਹੀਂ ਛੱਡਿਆ, ਕਰਦੇ ਸੀ, ਪਰ ਉਸ ਮਾਇਆ ਦਾ ਤਿਆਗ ਕਰ ਦਿੱਤਾ। ਮਾਇਆ ਦੀ ਜਿਹੜੀ ਵਿਰਤੀ ਸੀ ਉਸ ਦਾ ਤਿਆਗ ਕਰ ਦਿੱਤਾ। ਤੇ ਕੀ ਹੋਇਆ ਦੱਸਦੇ ਨੇ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਕਹਿੰਦੇ ਸਾਧ ਸੰਗਤ ਦੁਆਰਾ ਪ੍ਰਗਟ ਹੋ ਗਏ ਮਹਾਰਾਜ ਭਗਤ ਰਵਿਦਾਸ। ਰਵਿਦਾਸ ਰਵਿਦਾਸ ਹੋ ਗਈ ਸਾਰੇ ਸੰਸਾਰ 'ਚ। ਔਰ ਤਿਨਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਸਾਖਸ਼ਾਤਕਾਰ ਦਰਸ਼ਨ ਕੀਤੇ। ਦਰਸ਼ਨ ਕਰਦਿਆਂ ਆਖਿਆ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਤੋਹੀ ਮੋਹੀ,
मोहि तोहि। जब हम होते तब तू नाही, अब तू ही मैं नाही। प्रतख करके हरि दे दर्शन कीते, साक्षात्कार करके प्रभु दे दर्शन कीते, और इन्हें दावे नाल आख्या जो हम बांधे मोह फांस हम प्रेम बंधन तुम बांधे। अपने छूटन को जतन करो हम छूटे तुम आराधे। ਇਹ ਮਹਾਰਾਜ ਭਗਤ ਰਵਿਦਾਸ ਜੀ ਦੇ ਅੰਮ੍ਰਿਤ ਬਚਨ ਨੇ। ਕਹਿੰਦੇ ਤਿਆਗ ਕੇ ਮਾਇਆ ਉਹ ਵੀ ਘਰ ਘਰ ਵਿੱਚ ਪ੍ਰਤੱਖ ਹੋ ਗਏ। ਹਜ਼ਾਰਾਂ ਬ੍ਰਾਹਮਣ ਜਿਹੜੇ ਕਹਿੰਦੇ ਸੀ ਇਹ ਨੀਵੇਂ ਵਰਣ ਦਾ ਹੈ, ਚਮਿਆਰ ਹੈ, ਉਹ ਆ ਕੇ ਮਹਾਰਾਜ ਭਗਤ ਰਵਿਦਾਸ ਜੀ ਦੇ ਚਰਨਾਂ ਤੇ ਭਗਤ ਰਵਿਦਾਸ ਜੀ ਨੇ ਆਪ ਕਿਹਾ, ਜਿਹੜੇ ਵੱਡੇ ਵੱਡੇ ਬ੍ਰਾਹਮਣ ਸੀ ਉੱਚੀਆਂ ਕੁੱਲਾਂ ਵਾਲੇ ਆ ਕੇ ਮੈਨੂੰ ਅੱਜ ਨਮਸਕਾਰ ਕਰਦੇ ਨੇ। ਵਾਹਿਗੁਰੂ ਇਹ ਤੇਰੇ ਨਾਮ ਦਾ ਪ੍ਰਤਾਪ ਹੈ, ਮੇਰੀ ਉਪਮਾ ਨਹੀਂ, ਤੇਰੇ ਨਾਮ ਦੀ ਮਹਿਮਾ ਹੈ। ਇਹ ਤੇਰੇ ਨਾਮ ਦਾ ਪ੍ਰਤਾਪ, ਹਰੀ ਨਾਮ, ਪ੍ਰਭੂ ਦੇ ਨਾਮ ਦੀ ਮਹਿਮਾ ਹੈ। ਹਾਂਜੀ। ਸੈਨ ਨਾਈ ਬੁੱਤਕਾਰੀਆ ਉਹ ਘਰ ਘਰ ਸੁਨਿਆ। ਸੁਣ ਪ੍ਰਤਾਪ ਕਬੀਰ ਦਾ ਦੂਜਾ, ਭਗਤ ਹੋਆ ਸੈਣ ਨਾਈ। ਕਬੀਰ ਜੀ ਦੀ ਮਹਿਮਾ ਸੁਣੀ ਤੇ ਭਗਤ ਸੈਣ ਨੂੰ ਵੀ ਰੰਗ ਲੱਗ ਗਿਆ। ਭਗਤ ਸੈਣ ਜੀ ਨਾਈ ਸੀ, ਲੋਕਾਂ ਦੇ ਘਰਾਂ ਵਿੱਚ ਜਾ ਕੇ ਲੋਕਾਂ ਦੀਆਂ ਬੁੱਤੀਆਂ ਕੱਢਦੇ, ਮਾਲਿਸ਼ ਕਰਦੇ। ਉਹ ਵੀ ਘਰ ਘਰ ਚ ਸੁਣੇ ਜਾਣ ਲੱਗ ਪਏ। ਕਬੀਰ ਜੀ ਨੇ ਇੱਕ ਦਿਨ ਕਿਹਾ, ਸੈਣ ਜੀ ਭਗਤੀ ਕਰੋ ਪਰਮੇਸ਼ਰ ਦੀ। ਰਾਮਾਨੰਦ ਜੀ ਦੀ ਸੰਗਤ ਮਿਲੀ ਤੇ ਭਗਤ ਸੈਣ ਜੀ ਭਗਤੀ ਦੇ ਰੰਗ ਚ। ਇੱਕ ਰਾਜੇ ਦੀ ਰੋਜ਼ ਸਵੇਰੇ ਮਾਲਿਸ਼ ਨੂੰ ਜਾਂਦੇ ਸੀ। ਠੀਕ ਇੱਕ ਦਿਨ ਪਹਿਲਾਂ ਰਾਤ ਨੂੰ ਮਹਾਂਪੁਰਸ਼ ਆਏ, ਰਾਤ ਦਾ ਸਮਾਂ, ਸਾਧੂਆਂ ਦੀ ਮੰਡਲੀ ਚ ਬਹਿ ਕੇ ਉਹਨਾਂ ਨੂੰ ਭੋਜਨ ਛਕਾਇਆ ਤੇ ਸਾਰੀ ਰਾਤ ਕੀਰਤਨ ਹੁੰਦਾ ਰਿਹਾ। ਆਏ ਸੰਤ ਪਰੌਣੇ ਕੀਰਤਨ ਹੋਆ ਰਹਿਣ ਸਬਾਈ। ਸੈਣ ਜੀ ਦੇ ਘਰ ਸਾਰੀ ਰਾਤ ਕੀਰਤਨ ਹੁੰਦਾ ਰਿਹਾ। ਸਵੇਰੇ ਭੁੱਲ ਗਏ, ਕੀਰਤਨ ਦੇ ਵਿੱਚ ਇਹੋ ਜਿਹੀ ਸੁਰਤ ਲੱਗੀ ਵੀ ਰਾਜੇ ਦੀ ਮਾਲਿਸ਼ ਕਰਨੀ ਸੀ। ਰਾਜਾ ਬੜਾ ਕ੍ਰੋਧੀ ਸੀ। ਪਰਮੇਸ਼ਰ ਸੈਣ ਰੂਪ ਹੋ ਕੇ ਜਾਂਦਾ ਤੇ ਰਾਜੇ ਦੀ ਮਾਲਿਸ਼ ਕਰਦਾ। ਸੈਣ ਜੀ ਥੋੜੀ ਜਿਹੀ ਦੇਰੀ ਨਾਲ ਪਹੁੰਚਦੇ ਤੇ ਰਾਜਾ ਕਹਿੰਦਾ ਅੱਜ ਤਾਂ ਮਾਲਿਸ਼ ਕੀਤੀ, ਕਮਾਲ ਹੋ ਗਈ, ਚਮੜੀ ਦੀ ਬਿਮਾਰੀ ਠੀਕ ਹੋ ਗਈ ਹੈ ਮੇਰੀ। ਸੈਣ ਜੀ ਹੈਰਾਨ ਸਨ, ਮੈਂ ਤਾਂ ਹੁਣ ਆ ਰਿਹਾ। ਬਸ ਰੰਗ ਲੱਗ ਗਿਆ। ਸੈਣ ਨਾਈ ਬੁੱਤਕਾਰੀਆ, ਜਿਹੜਾ ਲੋਕਾਂ ਦੀਆਂ ਬੁੱਤੀਆਂ ਕੱਢਦਾ ਸੀ, ਸੈਣ ਨਾਈ, ਉਹ ਘਰ ਘਰ ਸੁਨਿਆ। ਘਰ ਘਰ ਵਿੱਚ ਸੁਣੇ ਜਾਣ ਲੱਗ ਪਏ। ਘਰ ਘਰ ਦੇ ਵਿੱਚ ਉਹਨਾਂ ਦੀ ਮਹਿਮਾ ਹੋਣ ਲੱਗ ਪਈ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਕਹਿੰਦੇ ਹਿਰਦੇ ਚ ਪਾਰ ਬ੍ਰਹਮ ਪਰਮੇਸ਼ਰ ਨੂੰ ਜਾਣਿਆ ਔਰ ਭਗਤਾਂ ਵਿੱਚ ਗਿਣੇ ਜਾਣ ਲੱਗ ਪਏ। ਭਗਤ ਸੈਣ ਜੀ ਭਗਤਾਂ ਵਿੱਚ ਗਿਣੇ ਜਾਣ ਲੱਗ ਪਏ। ਜਦੋਂ ਭਗਤਾਂ ਦੀ ਗਿਣਤੀ ਹੁੰਦੀ ਤੇ ਵਿੱਚ ਭਗਤ ਸੈਣ ਜੀ ਵੀ ਗਿਣੇ ਜਾਂਦੇ ਹਨ। ਇਹ ਬਿਦ ਸੁਣ ਕੇ ਜੱਟ ਰੋ। ਇਹ ਸੁਣ ਕੇ ਮੈਂ ਸਿੱਧਾ ਸਾਦਾ ਜੱਟ ਭਗਤ ਧੰਨਾ ਜੀ ਕਹਿੰਦੇ, ਮੈਂ ਸੁਣਿਆ ਵੀ ਕਬੀਰ ਨੇ ਭਗਤੀ ਕੀਤੀ, ਮੈਂ ਸੁਣਿਆ ਰਵਿਦਾਸ ਨੇ ਭਗਤੀ ਕੀਤੀ, ਕਬੀਰ ਨੇ ਸੈਣ ਨੇ ਭਗਤੀ ਕੀਤੀ। ਕਹਿੰਦੇ ਮੈਂ ਸਿੱਧਾ ਸਾਦਾ ਜੱਟ ਸਾਂ। ਤੇ ਜਦੋਂ ਮੈਂ ਇਹ ਸੁਣਿਆ ਉੱਠ ਭਗਤੀ ਲਾਗਾ। ਕਹਿੰਦੇ ਮੈਂ ਫਿਰ ਪਰਮੇਸ਼ਰ ਦੀ ਭਗਤੀ ਚ ਲੱਗ ਗਿਆ। ਮੈਂ ਵੀ ਉੱਠਿਆ, ਫਿਰ ਤਗੜਾ ਹੋਇਆ। ਚਲੋ ਸੱਜਣਾ ਤੂੰ ਵੀ ਕਰ ਭਗਤੀ। ਭਗਤ ਧੰਨਾ ਜੀ ਕਹਿੰਦੇ ਮੈਂ ਤਗੜਾ ਹੋਇਆ, ਉੱਠਿਆ, ਸੁਚੇਤ ਹੋਇਆ ਤੇ ਪਰਮੇਸ਼ਰ ਦੀ ਭਗਤੀ ਵਿੱਚ ਲੱਗ ਗਿਆ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਕਹਿੰਦੇ ਗੁਸਾਈ ਜੀ ਪ੍ਰਤੱਖ ਆ ਕੇ ਮਿਲੇ ਮਹਾਰਾਜ ਭਗਤ ਧੰਨਾ ਜੀ ਨੂੰ ਤੇ ਭਗਤ ਧੰਨਾ ਜੀ ਦੇ ਭਾਗ ਵੱਡੇ ਹੋ ਗਏ। ਪ੍ਰਤੱਖ ਰੂਪ ਚ ਸਾਈਂ ਜੀ ਆਏ ਤੇ ਪ੍ਰਗਟ ਹੋ ਕੇ ਮਿਲੇ।
ਭਗਤ ਧੰਨਾ ਜੀ ਕਹਿੰਦੇ ਮਹਾਰਾਜ ਤੇਰੀ ਭਗਤੀ ਵੀ ਕਰਾਂ, ਉਧਰ ਹਲ ਵੀ ਵਾਵਾਂ, ਉਧਰ ਬਲਦਾਂ ਨੂੰ ਵੀ ਹੱਕਾਂ, ਉਧਰ ਪਸ਼ੂਆਂ ਤੇ ਗਾਵਾਂ ਵੀ ਚਾਰਾਂ, ਨੱਕੇ ਵੀ ਮੋੜਾਂ, ਕੱਲੀ ਜਿੰਦ ਕਿੱਧਰ ਕਿੱਧਰ ਭਟਕੇ। ਮਹਾਰਾਜ ਕੋਈ ਨੌਕਰ ਚਾਕਰ ਮੈਂ ਨਹੀਂ ਰੱਖ ਸਕਦਾ। ਸੁਣਿਆ ਤੇਰੀ ਭਗਤੀ ਕਰਨ ਵਾਲਿਆਂ ਦੇ ਤੈਂ ਕੰਮ ਸਵਾਰਦਾ ਤੇ ਮੇਰੇ ਕੰਮ ਨਹੀਂ ਸਵਾਰਨੇ। ਰੱਬ ਜੀ ਪ੍ਰਗਟ ਹੁੰਦੇ, ਹਾਂ ਧੰਨਿਆ ਆ ਗਏ ਆ ਮਹਾਰਾਜ, ਆ ਗਏ ਉਹ ਤੇ ਕਿਰਪਾ ਕਰੋ, ਉਧਰ ਖੂਹ ਗੇੜੋ, ਆ ਨੱਕੇ ਵੀ ਮੋੜਦੇ ਆ ਤੇ ਆ ਗਾਵਾਂ ਮੱਝੀਆਂ ਵੀ ਚਾਰ ਦੀਆਂ, ਥੋੜਾ ਬਹੁਤਾ ਹਲ ਮੈਂ ਵਾਹਨਾ, ਨਾਲ ਮੇਰੇ ਸਾਥ ਦਿਓ। ਏਦਾਂ ਪ੍ਰਤੱਖ ਰੂਪ ਚ ਆ ਕੇ ਰੱਬ ਜੀ ਭਗਵਾਨ ਜੀ ਭਗਤ ਧੰਨਾ ਜੀ ਨੂੰ ਦਰਸ਼ਨ ਦਿੰਦੇ ਤੇ ਧੰਨੇ ਦੇ ਭਾਗ ਵੱਡੇ ਹੋ ਗਏ। ਭੋਲੇ ਭਾ ਜਿਹੜੀ ਭਗਤੀ ਕੀਤੀ ਹੈ ਨਾ, ਬਾਲ ਬੁੱਧ ਧਾਰਨ ਕਰਕੇ ਉਹ ਮਹਾਰਾਜ ਭਗਤ ਧੰਨਾ ਜੀ ਨੇ ਕੀਤੀ, ਬਿਲਕੁਲ ਨਿਰਛਲ ਨਿਸ਼ਕਪਟ, ਜਿਵੇਂ ਇੱਕ ਬੱਚਾ ਹੁੰਦਾ ਨਾ ਭੋਲਾ, ਬਿਲਕੁਲ। ਗਾਂ ਲੈ ਕੇ ਜੇ ਬਾਹਮਣ ਨੇ ਪੱਥਰ ਜਿਹਾ ਦੇ ਦਿੱਤਾ, ਕਹਿੰਦਾ ਇਹ ਰੱਬ ਹੈ, ਉਹਦੇ ਚੋਂ ਆਪਣੀ ਸਾਧਨਾ ਨਾਲ ਰੱਬ ਨੂੰ ਪ੍ਰਗਟ ਕਰ ਲੈਂਦੇ। ਤੋ ਨਿਰੰਕਾਰ ਦੀ ਬੰਦਗੀ ਕਰਕੇ ਪ੍ਰਮਾਤਮਾ ਨੂੰ ਪ੍ਰਤੱਖ ਕਰ ਲਿਆ।